तेग बहादुर सिमरिए कर नाम नित आवे ताए। तेग बहादुर सिमरिए कर नाम नित आवे ताए। ਸਤਨਾਮ ਧੰਨ ਵਾਹਿਗੁਰੂ ਜੀ। ਹੇ ਪ੍ਰਾਨ ਨਾਥ ਗੋਬਿੰਦੇ, ਕਿਰਪਾ ਨਿਧਾਨ ਜਗਦ ਗੁਰੂ। हे संसार ताप हरने, करुणा मैं सब दुख हरो। हे शरण जोग दयाले, दीना नाथ मया करो। शरीर स्वस्थ खीन समय, सिमरंत नानक राम दमोदर माधवे। श्री हर कृष्ण ध्याइयै, जिस डिठै सब दुख जाए। तेग बहादुर सिमरियै कर नाम नित आवे ताए। तेग बहादुर सिमरियै कर नाम नित आवे ताए। सब थाई होए सहाय। परम सन्मानयोग जुगो जुग अटल तख्त चौर छत्र दे मालिक सतगुरु श्री गुरु ਗ੍ਰੰਥ ਸਾਹਿਬ ਮਹਾਰਾਜ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਜੁੜ ਬੈਠ ਕੇ ਅਤੇ ਦੇਸ਼ ਵਿਦੇਸ਼ ਦੇ ਅੰਦਰ ਟੀਵੀ ਦੇ ਮਾਧਿਅਮ ਰਾਹੀਂ ਆਪ ਸੰਗਤ ਘਰਾਂ ਵਿੱਚ ਬੈਠ ਕੇ ਧੰਨ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ 400 ਸਾਲਾ ਪ੍ਰਕਾਸ਼ ਆਗਮਨ ਗੁਰਪੁਰਬ ਨੂੰ ਸਮਰਪਿਤ ਹੋ ਕੇ ਸਤਿਗੁਰ ਮਹਾਰਾਜ ਜੀ ਦੀ ਜੀਵਨ ਕਥਾ ਰੋਜ਼ਾਨਾ ਹੀ ਆਪ ਜੀ ਸਰਵਨ ਕਰ ਰਹੇ ਹੋ। ਅੱਜ ਦੇ ਦੀਵਾਨ ਦੀ ਪ੍ਰਾਰੰਭਤਾ ਤੋਂ ਪਹਿਲੋਂ ਆਓ ਸਤਿਗੁਰ ਮਹਾਰਾਜ ਜੀ ਦੇ ਚਰਨਾਂ ਵਿੱਚ ਹਾਜ਼ਰੀ ਲਵਾਉਣਾ ਕਰੀਏ। ਮਨ ਬਿਰਤੀਆਂ ਇਕਾਗਰ ਕਰੋ, ਅਦਬ ਪਿਆਰ ਸਤਿਕਾਰ ਸਹਿਤ ਸਤਿਗੁਰ ਮਹਾਰਾਜ ਜੀ ਦੀ ਬਖਸ਼ਿਸ਼ ਫਤਿਹ ਪ੍ਰਵਾਨ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਿਛਲੇ ਦੀਵਾਨ ਦੇ ਵਿੱਚ ਆਪ ਜੀ ਨੇ ਸਰਵਣ ਕੀਤਾ ਸੀ ਕਿ ਜਿਸ ਵੇਲੇ ਸਤਿਗੁਰ ਮਹਾਰਾਜ ਪਾਤਸ਼ਾਹ ਜੀ ਆਨੰਦਪੁਰ ਸਾਹਿਬ ਵਿਖੇ ਪਹੁੰਚਦੇ ਨੇ ਅਤੇ ਬਹੁਤ ਸਾਰੀ ਸੰਗਤ ਜਿਹੜੀ ਸੀ ਉਹ ਦਰਸ਼ਨ ਵਾਸਤੇ ਆਈ। ਲਾਹੌਰ ਤੋਂ ਸੰਗਤ ਆਉਂਦੀ ਹੈ, ਕਾਬਲ ਦੀ ਧਰਤੀ ਤੋਂ ਸੰਗਤ ਆਈ, ਮਾਝੇ ਦੀ ਧਰਤੀ ਤੋਂ, ਅੰਮ੍ਰਿਤਸਰ ਤੋਂ, ਮਾਲਵੇ ਦੀ ਧਰਤੀ ਤੋਂ ਸੰਗਤ ਜਿਹੜੀ ਸੀ ਸਤਿਗੁਰ ਮਹਾਰਾਜ ਜੀ ਦੇ ਦਰਸ਼ਨ ਕਰਨ ਵਾਸਤੇ ਉਹ ਪਹੁੰਚਦੀ ਹੈ। ਜਿੱਥੇ ਸਤਿਗੁਰ ਮਹਾਰਾਜ ਜੀ ਦੇ ਦਰਸ਼ਨ ਕਰਨ ਵਾਸਤੇ ਬਹੁਤ ਸੰਗਤ ਆਉਂਦੀ ਹੈ, ਉੱਥੇ ਕੁਝ ਐਸੇ ਗੁਰਮੁਖ ਪਿਆਰ ਵਾਲੇ ਨੇ ਜਿਨ੍ਹਾਂ ਨੂੰ ਅਸੀਂ ਬਾਣੀ ਦੇ ਵਿੱਚ ਜਿਵੇਂ ਸਤਿਗੁਰ ਮਹਾਰਾਜ ਉਪਦੇਸ਼ ਕਰਦੇ ਨੇ ਕਿ ਸੇ ਜੰਤ ਪਏ ਹਰਿਆਵਲੇ, ਜਿਨੀ ਮੇਰਾ ਸਤਿਗੁਰ ਦੇਖਿਆ ਜਾਏ। ਉਹ ਜਿਹੜੇ ਜੰਤ ਸੀ ਜਿਨ੍ਹਾਂ ਦੇ ਮਨ ਜਿਹੜੇ ਸੀ ਉਹ ਹਮੇਸ਼ਾ ਦੇ ਵਾਸਤੇ ਹਰੇ ਹੋ ਗਏ ਔਰ ਇੰਨਾ ਕੁ ਉਹਨਾਂ ਦੇ ਮਨ ਦੇ ਵਿੱਚ ਹਰਿਆਵਲ ਆਈ ਕਿ ਉਹ ਆਪ ਤਾਂ ਉਹ ਠੰਡੇ ਨੇ, ਆਪ ਤਾਂ ਉਹਨਾਂ ਨੇ ਹਰਿਆਲੀ ਨੂੰ ਮਨ ਨਾ ਕੀਤਾ, ਨਾਲ ਹੀ ਜਿਨ੍ਹਾਂ ਨੇ
ਉਹਨਾਂ ਗੁਰਮੁਖ ਪਿਆਰਿਆਂ ਦੀ ਸੰਗਤ ਕੀਤੀ, ਉਹਨਾਂ ਨੂੰ ਵੀ ਸਤਿਗੁਰ ਮਹਾਰਾਜ ਜੀ ਦੀ ਉਹ ਬਾਣੀ ਦੀ ਛੋਹ ਪ੍ਰਾਪਤ ਹੋਈ। ਉਹਨਾਂ ਦਾ ਜੀਵਨ ਵੀ ਉਹਨਾਂ ਗੁਰਮੁਖ ਪਿਆਰਿਆਂ ਨੇ ਬਦਲ ਦਿੱਤਾ। ਉਹਨਾਂ ਦੇ ਵਿੱਚੋਂ ਜੇਕਰ ਅਸੀਂ ਜ਼ਿਕਰ ਕਰਦੇ ਹਾਂ ਤੇ ਸਭ ਤੋਂ ਪਹਿਲਾਂ ਜ਼ਿਕਰ ਹੁੰਦਾ ਹੈ ਕਿ ਸਤਿਗੁਰ ਮਹਾਰਾਜ ਜੀ ਦੇ ਦਰਸ਼ਨ ਕਰਨ ਵਾਸਤੇ ਜਿਸ ਵੇਲੇ ਸੰਗਤ ਪਹੁੰਚਦੀ ਹੈ ਤੇ ਭਾਈ ਕਨ੍ਹਈਆ ਜੀ ਦਾ ਅਸੀਂ ਜ਼ਿਕਰ ਵਿਸ਼ੇਸ਼ ਤੌਰ ਤੇ ਕਰਾਂਗੇ। ਭਾਈ ਕਨ੍ਹਈਆ ਜੀ ਜਿਹੜੇ ਸਨ, ਇਤਿਹਾਸਕਾਰ ਕਹਿੰਦੇ ਆ ਕਿ ਭਾਈ ਕਨ੍ਹਈਆ ਜੀ ਇਹ ਲਾਹੌਰ ਦੇ ਸੋਧਰੇ ਦੇ ਇਲਾਕੇ ਦੇ ਰਹਿਣ ਵਾਲੇ ਸਨ। ਇਹਨਾਂ ਦਾ ਜਨਮ ਜਿਹੜਾ ਹੈ ਉਹ ਸਨ 1647 ਨੂੰ ਹੋਇਆ। ਭਾਈ ਕਨ੍ਹਈਆ ਜੀ ਜਿਹੜੇ ਸਨ, ਇਹਨਾਂ ਦੇ ਪਿਤਾ ਵਪਾਰ ਦਾ ਕੰਮ ਕਰਦੇ ਸੀ ਤੇ ਖਾਸ ਕਰਕੇ ਵਿਸ਼ੇਸ਼ ਤੌਰ ਤੇ ਉਹਨਾਂ ਦਾ ਵਪਾਰ ਜਿਹੜਾ ਸੀ ਉਹ ਫੌਜ ਨੂੰ, ਮੁਗਲ ਜਿਹੜੀ ਫੌਜ ਸੀ ਉਹਨਾਂ ਨੂੰ ਰਸਦ ਭੇਜਣ ਦਾ ਕੰਮ ਕਰਿਆ ਕਰਦੇ ਸੀ। ਭਾਈ ਕਨ੍ਹਈਆ ਜੀ ਨੇ ਬਚਪਨ ਦੇ ਵਿੱਚ ਉਹਨਾਂ ਨੇ ਕੁਝ ਕੌਡੀਆਂ, ਕੁਝ ਪੈਸੇ ਆਪਣੀਆਂ ਜੇਬਾਂ ਵਿੱਚ ਪਾ ਲੈਣੇ ਤੇ ਜਿੱਥੇ ਕੁਝ ਗਰੀਬ ਦੇਖਣੇ, ਜਿਨ੍ਹਾਂ ਦਾ ਜੀਵਨ ਬਹੁਤ ਅਤ ਗਰੀਬੀ ਦੇ ਵਿੱਚ ਬਤੀਤ ਹੁੰਦਾ ਸੀ, ਉਹਨਾਂ ਲੋਕਾਂ ਦੇ ਕੋਲ ਜਾ ਕਰਕੇ ਤੇ ਉਹ ਪੈਸੇ, ਉਹ ਕੌਡੀਆਂ ਉਹਨਾਂ ਨੂੰ ਦੇ ਆਉਣੀਆਂ। ਇੱਥੋਂ ਤੱਕ ਕਿ ਜਦੋਂ ਜਵਾਨੀ ਦੀ ਅਵਸਥਾ ਦੇ ਵਿੱਚ ਭਾਈ ਕਨ੍ਹਈਆ ਜੀ ਪਹੁੰਚਦੇ ਨੇ ਤੇ ਇਹਨਾਂ ਨੇ ਜਿਹੜਾ ਰਸਤਾ ਹੋਣਾ, ਜਿਹੜੇ ਵਿਸ਼ੇਸ਼ ਤੌਰ ਤੇ ਹੋਰ ਨਗਰਾਂ ਨੂੰ ਰਸਤੇ ਜਾਣੇ, ਆਪਣੇ ਨਗਰ ਤੋਂ ਬਾਹਰ ਜਾ ਕੇ ਉਹਨਾਂ ਰਸਤਿਆਂ ਦੇ ਉੱਤੇ ਖੜੇ ਹੋ ਜਾਣਾ। ਜਦੋਂ ਕੋਈ ਸਮਾਨ ਚੁੱਕ ਕੇ ਲੈ ਕੇ ਜਾਂਦਾ ਸੀ ਤੇ ਰਸਤੇ ਵਿੱਚ ਬੇਗਾਰੀ ਬਣ ਕਰਕੇ, ਬੇਗਾਰੀ ਕਹਿੰਦੇ ਨੇ ਕਿ ਕਿਸੇ ਦੂਸਰੇ ਦਾ ਭਾਰ ਚੁੱਕਣ ਵਾਲੇ, ਬੇਗਾਰੀ ਬਣ ਕਰਕੇ ਜਿਹੜੇ ਦੂਸਰੇ ਪਾਂਦੀ ਹੋਣਾ, ਜਿਨ੍ਹਾਂ ਨੇ ਸਮਾਨ ਸਿਰ ਦੇ ਉੱਪਰ ਚੁੱਕਿਆ ਹੋਣਾ ਤੇ ਉਹਨਾਂ ਦੇ ਸਮਾਨ ਨੂੰ ਆਪਣੇ ਸਿਰ ਦੇ ਉੱਤੇ ਚੁੱਕ ਲੈਣਾ ਤੇ ਕਾਫੀ ਦੂਰ ਤੱਕ, ਕੁਝ ਮੀਲ ਤੱਕ ਉਹਨਾਂ ਦਾ ਪੈਂਡਾ ਵਡਾ ਕਰਕੇ ਤੇ ਫਿਰ ਵਾਪਸ ਆ ਜਾਣਾ। ਇਹ ਜਿਹੜੀਆਂ ਖਬਰਾਂ ਸੀ ਜਦੋਂ ਘਰੇ ਪਹੁੰਚਣੀਆਂ ਤੇ ਘਰ ਦੇ ਮਾਤਾ ਪਿਤਾ ਜਿਹੜੇ ਸਨ ਉਹਨਾਂ ਨੇ ਨਾਰਾਜ਼ ਹੋਣਾ ਕਿ ਘਰ ਦੇ ਵਿੱਚ ਸਾਰਾ ਕੁਛ ਹੈ, ਸਾਡੇ ਘਰ ਦੇ ਵਿੱਚ ਤਾਂ ਨੌਕਰਾਂ ਚਾਕਰਾਂ ਦੀ ਕੋਈ ਵੀ ਕਮੀ ਨਹੀਂ, ਫਿਰ ਤੁਸੀਂ ਬਿਗਾਰੀ ਬਣ ਕਰਕੇ ਇਵੇਂ ਦੇ ਕੰਮ ਕਿਉਂ ਕਰਦੇ ਹੋ। ਸਤਿਗੁਰ ਸੱਚੇ ਪਾਤਸ਼ਾਹ ਮਹਾਰਾਜ ਦੀ ਕਿਰਪਾ ਉਹਨਾਂ ਨੇ ਅੱਗੇ ਜਾ ਕੇ ਮੰਨਣੀ ਸੀ ਤੇ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੀ ਸ਼ਰਨ ਵਿੱਚ ਅਜੇ ਆਉਣਾ ਸੀ। ਪਰ ਮਨ ਜਿਹੜਾ ਸੀ, ਉਸ ਮਨ ਦੇ ਅੰਦਰ ਇਹ ਖਿੱਚ ਸੀ ਕਿ ਅੰਦਰ ਜਿਹੜੀ ਕਮੀ ਮਹਿਸੂਸ ਹੁੰਦੀ ਸੀ ਉਹ ਸੀ ਕਿ ਪਰਮਾਤਮਾ ਦੇ ਨਾਲ ਮਿਲਾਪ ਹੋ ਜਾਏ ਤੇ ਉਸ ਦੇ ਵਾਸਤੇ ਉਹਨਾਂ ਨੇ ਜਗਤ ਦੇ ਵਿੱਚ ਪਰਉਪਕਾਰ ਦੇ ਕਰਮ ਕਰਨੇ ਸ਼ੁਰੂ ਕੀਤੇ ਹੋਏ ਸਨ। ਬਚਪਨ ਦੇ ਵਿੱਚ ਪੈਸੇ, ਲੋਕਾਂ ਨੂੰ ਕੌਡੀਆਂ ਧੇਲੇ ਪੈਸੇ ਵੰਡ ਆਉਣੇ, ਫਿਰ ਬਿਗਾਰੀ ਬਣ ਜਾਣਾ। ਮਾਤਾ ਪਿਤਾ ਨੇ ਜਦੋਂ ਕਹਿਣਾ ਕਿ ਤੁਸੀਂ ਇਸ ਤਰ੍ਹਾਂ ਦੇ ਕੰਮ ਕਿਉਂ ਕਰਦੇ ਹੋ ਤੇ ਕਹਿਣ ਲੱਗੇ ਕਿ ਦੇਖੋ ਮਾਂ, ਪਿਤਾ ਜੀ, ਘਰ ਦੇ ਵਿੱਚ ਕਈ ਵਾਰੀ ਨਾ ਬੋਲੇ ਜਿਹੜੇ ਨੇ ਉਹ ਵੀ ਬੱਚੇ ਹੁੰਦੇ ਨੇ, ਜਿਨ੍ਹਾਂ ਨੂੰ ਕੋਈ ਬਹੁਤੀ ਸਮਝ ਨਹੀਂ ਹੁੰਦੀ ਤੇ ਮਾਤਾ ਪਿਤਾ ਜਿਹੜੇ ਨੇ ਉਹ ਬੋਲੇ ਜਿਹੜੇ ਬੱਚੇ ਹੁੰਦੇ ਨੇ, ਬਾਬਰੇ ਬੱਚੇ ਹੁੰਦੇ ਨੇ, ਉਹਨਾਂ ਨੂੰ ਬਹੁਤਾ ਝਿੜਕਦੇ ਨੇ ਕਿਉਂਕਿ ਉਹਨਾਂ ਨੂੰ ਪਤਾ ਹੁੰਦਾ ਹੈ ਕਿ ਇਹਨਾਂ ਦੇ ਕਰਮ ਹੀ ਇਵੇਂ ਦੇ, ਇਹਨੇ ਆਖੇ ਨਹੀਂ ਲੱਗਣਾ ਜਾਂ ਇਹਨੇ ਆਪਣੇ ਮਨ ਦੀ ਕਰਨੀ ਹੈ। ਕਹਿੰਦੇ ਮਾਂ, ਤੁਸੀਂ ਇਸ ਤਰ੍ਹਾਂ ਸਮਝ ਲਓ ਕਿ ਮੈਂ ਤੁਹਾਡੇ ਘਰ ਦੇ ਵਿੱਚ ਬੌਰਾ ਬੱਚਾ ਪੈਦਾ ਹੋਇਆ ਹਾਂ। ਸਤਿਗੁਰ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਕਿਰਪਾ ਹੋਣ ਲੱਗੀ। ਭਾਈ ਕਨ੍ਹਈਆ ਜੀ ਜਿਹੜੇ ਸਨ ਉਹ ਕੁਝ ਸਮੇਂ ਵਾਸਤੇ ਫਿਰ ਲਾਹੌਰ ਜਾਂਦੇ ਨੇ ਤੇ ਲਾਹੌਰ ਜਾ ਕੇ ਕੁਝ ਦਰਵੇਸ਼ ਪਿਆਰਿਆਂ ਦੀ ਸੰਗਤ ਵਿੱਚ ਗਏ। ਪਰ ਪਿੱਛੋਂ ਛੇਤੀ ਹੀ ਇਹ ਖਬਰ ਪਹੁੰਚ ਗਈ ਕਿ ਉਹਨਾਂ ਦੇ ਪਿਤਾ ਜਿਹੜੇ ਸਨ ਉਹ ਚੜ੍ਹਾਈ ਕਰ ਗਏ। ਉਹਨਾਂ ਦੇ ਪਿਤਾ ਦਾ ਅਕਾਲ ਚਲਾਣਾ ਹੋਇਆ ਤੇ ਘਰ ਦੇ ਵਿੱਚ ਵੱਡੇ ਹੋਣ ਕਰਕੇ ਜਿਹੜਾ ਕਾਰੋਬਾਰ ਦਾ ਬੋਝ ਸੀ ਉਹ ਸਾਰਾ ਭਾਈ ਕਨ੍ਹਈਆ ਜੀ ਦੇ ਮੋਢਿਆਂ ਦੇ ਉੱਤੇ ਆ ਗਿਆ। ਭਾਈ ਕਨ੍ਹਈਆ ਜੀ ਵਾਪਸ ਆ ਕੇ ਉਹਨਾਂ ਨੇ ਪਿਤਾ ਦਾ ਜਿਹੜਾ ਪਿਤਾ ਪੁਰਖੀ ਕਾਰੋਬਾਰ ਸੀ ਉਹਨੂੰ ਸੰਭਾਲਣਾ ਵੀ ਕੀਤਾ ਹੈ। ਪਿਤਾ ਪੁਰਖੀ ਕਾਰੋਬਾਰ ਨੂੰ ਸੰਭਾਲਦਿਆਂ ਹੋਇਆਂ ਪਰ ਮਨ ਜਿਹੜਾ ਸੀ, ਮਨ ਦੇ ਵਿੱਚ ਇੱਕ ਵੱਖਰੀ ਜੀ ਖਿੱਚ ਜਿਹੜੀ ਹੈ ਉਹ ਬਣੀ ਪਈ ਹੈ। ਉਹ ਖਿੱਚ ਸੀ ਕਿ ਪਰਮਾਤਮਾ ਦੇ ਨਾਲ ਮਿਲਾਪ ਕਿਵੇਂ ਹੋ ਜਾਏ, ਕੋਈ ਨਾ ਕੋਈ ਹੀਲਾ ਵਸੀਲਾ ਬਣੇ ਜਿਹਦੇ ਕਰਕੇ ਪਰਮਾਤਮਾ ਜਾਂ ਪਰਮਾਤਮਾ ਦੇ ਪਿਆਰੇ ਜਿਹੜੇ ਨੇ ਉਹਨਾਂ ਦੇ ਨਾਲ ਮਿਲਾਪ ਹੋਵੇ। ਇਹ ਆਪਣੇ ਨਗਰ ਦੇ ਵਿੱਚ ਰਹਿੰਦਿਆਂ ਹੋਇਆਂ ਇਹਨਾਂ ਨੇ ਇੱਕ ਗੁਰਮੁਖ ਪਿਆਰੇ ਹੋਏ ਨੇ ਜਿਨ੍ਹਾਂ ਦਾ ਨਾਂ ਭਾਈ ਨਨੂਆ ਕਰਕੇ ਇਤਿਹਾਸ ਨੇ ਲਿਖਿਆ। ਭਾਈ ਨਨੂਆ ਦੇ ਮੁਖਾਰ ਬਿੰਦ ਤੋਂ ਇਹਨਾਂ ਨੇ ਬਾਣੀ ਸਰਵਣ ਕੀਤੀ।
ਬਾਣੀ ਦੇ ਵਿੱਚ ਸ਼ਬਦ ਗੁਰੂ ਅਰਜਨ ਦੇਵ ਮਹਾਰਾਜ ਜੀ ਦਾ ਸਰਵਣ ਕੀਤਾ ਸੀ ਕਿ ਕੋਈ ਜਨ ਹਰਸਿਉ ਦੇਵੇ ਜੋਰ, ਚਰਨ ਗਹੋਂ ਬਕੋ ਸੁਭ ਰਸਨਾ, ਦੀਜੇ ਪ੍ਰਾਨ ਅਕੋਰ। ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਦੇਖੋ ਕਿੰਨੀ ਪਿਆਰੀ ਬਖਸ਼ਿਸ਼ ਕੀਤੀ। ਮਹਾਰਾਜ ਕਹਿੰਦੇ ਨੇ ਜਨ ਹੋਣਾ ਚਾਹੀਦਾ ਹੈ, ਇਸ ਦੇ ਨਾਲ ਕੋਈ ਵੀ ਫਰਕ ਨਹੀਂ ਪੈਂਦਾ ਕਿ ਉਹਦੀ ਜਾਤ ਕੀ ਹੈ, ਉਹਦੀ ਕੁੱਲ ਕੀ ਹੈ, ਉਹਦੀ ਬਰਾਦਰੀ ਕੀ ਹੈ, ਉਹਦਾ ਜੀਵਨ ਕਿਵੇਂ ਦਾ ਹੈ। ਸਤਿਗੁਰ ਮਹਾਰਾਜ ਕਹਿੰਦੇ ਨੇ ਕੋਈ ਜਨ ਹਰਸਿਉ ਦੇਵੇ ਜੋਰ, ਜੁੜਿਆ ਹੋਇਆ ਹੀ ਜੋੜ ਸਕਦਾ ਹੈ। ਜਿਹੜਾ ਆਪ ਅਜੇ ਤੱਕ ਨਹੀਂ ਜੁੜਿਆ ਉਹ ਕਿਸੇ ਦੂਸਰੇ ਨੂੰ ਜੋੜ ਨਹੀਂ ਸਕਦਾ। ਟੁੱਟਿਆ ਹੋਇਆ ਹਿਰਦਾ ਜਿਹੜਾ ਹੈ ਉਹ ਤੋੜਨ ਦਾ ਯਤਨ ਕਰਦਾ ਹੈ, ਤੇ ਜੁੜਿਆ ਹੋਇਆ ਜਿਹੜਾ ਹੈ ਉਹ ਹਮੇਸ਼ਾ ਜੋੜਨ ਦਾ ਯਤਨ ਕਰੇਗਾ। ਸਤਿਗੁਰ ਸੱਚੇ ਪਾਤਸ਼ਾਹ ਗੁਰੂ ਅਰਜਨ ਦੇਵ ਜੀ ਦੀ ਬਾਣੀ ਭਾਈ ਨਨੂਆਂ ਤੋਂ ਸਰਵਣ ਕਰਦੇ ਆ। ਭਾਈ ਨਨੂਆਂ ਤੋਂ ਸ਼ਬਦ ਸੁਣਿਆ ਜਿਸ ਵੇਲੇ ਕਿ ਕੋਈ ਜਨ ਹਰਸਿਉ ਦੇਵੇ ਜੋਰ। ਫਿਰ ਇਹ ਸ਼ਬਦ ਦੀਆਂ ਇਹ ਆਰੰਭਲੀਆਂ ਪੰਕਤੀਆਂ ਜਿਹੜੀਆਂ ਸੀ ਭਾਈ ਕਨ੍ਹਈਆ ਜੀ ਦੇ ਮੁਖ ਦੇ ਉੱਤੇ ਸਦਾ ਵਾਸਤੇ ਹੀ ਵਸ ਗਈਆਂ। ਭਾਈ ਕਨ੍ਹਈਆ ਜੀ ਨੇ ਉੱਠਦਿਆਂ ਬੈਠਦਿਆਂ ਹਰ ਵੇਲੇ ਇਹੀ ਪੰਕਤੀਆਂ ਪੜ੍ਹਦੇ ਰਹਿਣਾ ਕਿ ਕੋਈ ਜਨ ਹਰਸਿਉ ਦੇਵੇ ਜੋਰ, ਕੋਈ ਜਨ ਹਰਸਿਉ ਦੇਵੇ ਜੋਰ, ਕੋਈ ਜਨ ਹਰਸਿਉ ਦੇਵੇ ਜੋਰ। ਇਹ ਪੰਕਤੀਆਂ ਉਹਨਾਂ ਦੇ ਹਿਰਦੇ ਵਿੱਚ ਵਸ ਚੁੱਕੀਆਂ ਸੀ। ਫਿਰ ਇੱਕ ਗੁਰਮੁਖ ਪਿਆਰੇ ਨੂੰ ਪੁੱਛਿਆ ਕਿ ਦੱਸੋ ਅਸਲ ਦੇ ਵਿੱਚ ਪਰਮਾਤਮਾ ਦੇ ਨਾਲ ਮਿਲਾਪ ਕਿਵੇਂ ਹੋਵੇ, ਫਕੀਰ ਅੱਜ ਅਸਲ ਦੇ ਵਿੱਚ ਕਿਹੜਾ ਹੈ। ਉਸ ਗੁਰਸਿੱਖ ਨੇ ਕਿਹਾ ਕਿ ਜਿੰਦਾ ਜੀਵਨ ਵਿਕਾਰਾਂ ਤੋਂ ਰਹਿਤ ਹੋ ਜਾਂਦਾ ਹੈ, ਜਿੰਦਾ ਜੀਵਨ ਕਾਮ ਕ੍ਰੋਧ ਦੀ ਪਕੜ ਦੇ ਵਿੱਚੋਂ ਨਿਕਲ ਜਾਂਦਾ ਹੈ, ਉਹ ਫਕੀਰ ਹੈ, ਅਸਲੀ ਫਕੀਰ ਹੈ। ਤੇ ਜੇ ਤੁਸੀਂ ਸੱਚੀ ਮੁੱਚੀ ਕਿਸੇ ਫਕੀਰ ਦੇ ਦਰਸ਼ਨ ਕਰਨੇ ਨੇ ਤੇ ਫਿਰ ਇੱਕ ਕੰਮ ਕਰੋ ਕਿ ਆਨੰਦਪੁਰ ਸਾਹਿਬ ਚਲੇ ਜਾਓ, ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਦਰਸ਼ਨ ਕਰੋ, ਤੁਹਾਨੂੰ ਤੁਹਾਡੇ ਸਵਾਲਾਂ ਦਾ ਜਵਾਬ ਉੱਥੋਂ ਪ੍ਰਾਪਤ ਹੋ ਜਾਵੇਗਾ। ਭਾਈ ਕਨ੍ਹਈਆ ਸਾਹਿਬ ਜੀ ਫਿਰ ਲਾਹੌਰ ਦੀ ਸੰਗਤ ਦੇ ਨਾਲ ਆਨੰਦਪੁਰ ਸਾਹਿਬ ਦਰਸ਼ਨਾਂ ਵਾਸਤੇ ਆਏ। ਇਤਿਹਾਸਕਾਰ ਲਿਖਦੇ ਨੇ ਕਿ ਸਤਿਗੁਰ ਮਹਾਰਾਜ ਜੀ ਦੀ ਜਿਹੜੀ ਬਖਸ਼ਿਸ਼ ਮਿਲੀ ਹੈ, ਸ਼੍ਰੀ ਗੁਰੂ ਤੇਗ ਬਹਾਦਰ ਕੀ ਬਖਸ਼ਿਸ਼ ਬੀਜ ਭਇਓ, ਸ਼੍ਰੀ ਦਸ਼ਮੇਸ਼ ਕਿਰਪਾ ਜਲ ਪਹਿਚਾਨੀ ਹੈ। ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਤੋਂ ਬਖਸ਼ਿਸ਼ ਲੈ ਕਰਕੇ ਤੇ ਕਿਰਪਾ ਦਾ ਜਲ ਜਿਹੜਾ ਹੈ ਉਹ ਦਸ਼ਮੇਸ਼ ਪਿਤਾ ਤੋਂ ਪ੍ਰਾਪਤ ਕੀਤਾ, ਜਿੰਦੇ ਕਰਕੇ ਭਾਈ ਕਨ੍ਹਈਆ ਸਾਹਿਬ ਜੀ ਦਾ ਜੀਵਨ ਇਵੇਂ ਦਾ ਹੋ ਗਿਆ ਕਿ ਉਹ ਸਾਹਮਣੇ ਦੁਸ਼ਮਣ ਨੂੰ ਵੀ ਦੇਖਦੇ ਨੇ ਤੇ ਉਹਨੂੰ ਵੀ ਪਾਣੀ ਪਿਲਾ ਦਿੰਦੇ ਨੇ, ਕਿਉਂਕਿ ਉਹਨਾਂ ਦੇ ਮਨ ਦੇ ਵਿੱਚੋਂ ਹੁਣ ਇਹ ਜਿਹੜੀ ਦੁਸ਼ਮਣੀ ਵਾਲੀ ਭਾਵਨਾ ਕਿ ਇਹ ਦੁਸ਼ਮਣ ਹੈ ਤੇ ਇਹ ਮਿੱਤਰ ਹੈ ਉਹ ਖਤਮ ਹੋ ਚੁੱਕੀ ਹੈ। ਸਤਿਗੁਰ ਮਹਾਰਾਜ ਪਾਵਨ ਬਾਣੀ ਦੇ ਵਿੱਚ ਕਿਰਪਾ ਕੀਤੀ ਕਿ ਸਭ ਕੋ ਮੀਤ ਹਮ ਆਪਨ ਕੀਨਾ, ਹਮ ਸਭਨਾ ਕੇ ਸਾਜਨ, ਦੂਰ ਪਰਾਇਓ ਮਨ ਕਾ ਬਿਰਹਾ ਤੋਂ ਮੇਲ ਕੀਓ ਮੇਰੇ ਰਾਜਨ। ਜਿਸ ਵੇਲੇ ਮਨ ਜਿਹੜਾ ਹੈ ਉਹ ਅਦੁੱਤੀ ਪ੍ਰਮਾਤਮਾ ਦੇ ਨਾਲ ਜੁੜ ਜਾਂਦਾ ਹੈ, ਉਸ ਪਰਮ ਹਸਤੀ ਦੇ ਨਾਲ ਜੁੜ ਜਾਂਦਾ ਹੈ, ਤੇ ਫਿਰ ਇਹ ਮਹਿਸੂਸ ਹੋ ਜਾਂਦਾ ਹੈ ਕਿ ਅਸੀਂ ਇੱਕੋ ਹੀ ਪਰਮਾਤਮਾ ਦੀ ਔਲਾਦ ਹਾਂ, ਸਾਡਾ ਕੋਈ ਵੱਖਰਾ ਪੰਥ ਨਹੀਂ। ਅਸੀਂ ਭਾਈ ਕਨ੍ਹਈਆ ਸਾਹਿਬ ਜੀ ਅਕਸਰ ਕਿਹਾ ਕਰਦੇ ਸੀ ਕਿ ਸਾਡਾ ਏਕਤਾ ਦਾ ਪੰਥ ਹੈ। ਏਕਤਾ ਤੋਂ ਭਾਵ ਇਹ ਸੀ ਕਿ ਹਰ ਥਾਂ 'ਤੇ ਹਰ ਜਗ੍ਹਾ ਦੇ ਉੱਤੇ ਉਸ ਇੱਕ ਦਾ ਵਾਸਾ ਹੈ, ਉਹਦੇ ਤੋਂ ਬਗੈਰ ਦੂਸਰੀ ਸ਼ੈ ਹੀ ਹੋਰ ਕੋਈ ਨਹੀਂ। ਭਾਈ ਕਨ੍ਹਈਆ ਸਾਹਿਬ ਜੀ ਜਿਸ ਵੇਲੇ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੇ ਆ ਕਰਕੇ ਦਰਸ਼ਨ ਕੀਤੇ, ਸਤਿਗੁਰ ਮਹਾਰਾਜ ਪਾਤਸ਼ਾਹ ਜੀ ਨੇ ਭਾਈ ਕਨ੍ਹਈਆ ਜੀ ਨੂੰ ਜਲ ਲਿਆਉਣ ਵਾਸਤੇ ਕਿਹਾ। ਭਾਈ ਕਨ੍ਹਈਆ ਜੀ ਜਲ ਦੀ ਗਾਗਰ ਭਰ ਕੇ ਘੜਾ ਭਰ ਕੇ ਲੈ ਕੇ ਆਉਣਾ ਕੀਤਾ। ਸਤਿਗੁਰ ਮਹਾਰਾਜ ਜੀ ਨੇ ਉਸ ਜਲ ਦੇ ਵਿੱਚੋਂ ਕੁਝ ਜਲ ਜਿਹੜਾ ਸੀ ਉਹਦੇ ਨਾਲ ਆਪਣੇ ਹੱਥ ਮਹਾਰਾਜ ਧੋਂਦੇ ਨੇ ਤੇ ਬਾਕੀ ਜਲ ਸਤਿਗੁਰ ਮਹਾਰਾਜ ਜੀ ਨੇ ਪਾਸੇ ਰੋੜ ਦਿੱਤਾ। ਗੁਰੂ ਤੇਗ ਬਹਾਦਰ ਮਹਾਰਾਜ ਨੇ ਫਿਰ ਘੜਾ ਫੜਾ ਕੇ ਕਿਹਾ ਕਿ ਜਲ ਹੋਰ ਲੈ ਕੇ ਆਓ। ਭਾਈ ਕਨ੍ਹਈਆ ਸਾਹਿਬ ਫਿਰ ਜਲ ਲੈਣ ਵਾਸਤੇ ਗਏ, ਜਲ ਲੈ ਕਰਕੇ ਆਏ ਤੇ ਇਸ ਵਾਰ ਸਤਿਗੁਰ ਮਹਾਰਾਜ ਜੀ ਨੇ ਆਪਣੇ ਚਰਨ ਜਿਹੜੇ ਸੀ ਉਸ ਜਲ ਨਾਲ ਧੋਤੇ, ਕੁਝ ਜਲ ਵਰਤਿਆ ਤੇ ਬਾਕੀ ਜਲ ਮਹਾਰਾਜ ਨੇ ਡੋਲ ਦਿੱਤਾ। ਫਿਰ ਘੜਾ ਫੜਾ ਦਿੱਤਾ, ਕਹਿਣ ਲੱਗੇ ਹੋਰ ਜਲ ਲੈ ਕੇ ਆਓ। ਹੋਰ ਜਲ ਲੈ ਕੇ ਆਂਦਾ, ਸਤਿਗੁਰ ਮਹਾਰਾਜ ਪਾਤਸ਼ਾਹ ਜੀ ਉਸ ਜਲ ਦੇ ਵਿੱਚੋਂ ਥੋੜ੍ਹਾ ਜਿਹਾ ਜਲ ਵਰਤਿਆ, ਆਪਣੇ ਚਿਹਰੇ ਆਪਣੇ ਨੇਤਰਾਂ ਦੇ ਉੱਪਰ ਪਾਇਆ, ਕੁਝ ਥੋੜ੍ਹਾ ਜਲ ਉਹਦੇ ਵਿੱਚ ਛਕਣਾ ਕੀਤਾ। ਮਹਾਰਾਜ ਨੇ ਬਾਕੀ ਸਾਰਾ ਜਲ ਫਿਰ ਰੋੜ ਦਿੱਤਾ। ਮਹਾਰਾਜ ਬਾਰ-ਬਾਰ ਜਲ ਮੰਗਾ ਲੈਣਾ, ਥੋੜ੍ਹਾ ਵਰਤ ਲੈਣਾ ਤੇ ਬਹੁਤਾ ਡੋਲ ਦੇਣਾ। ਸਤਿਗੁਰ ਮਹਾਰਾਜ ਪਾਤਸ਼ਾਹ ਜੀ ਨੇ ਨਾਲੇ ਦੇਖਣਾ ਭਾਈ ਕਨ੍ਹਈਆ ਸਾਹਿਬ ਜੀ ਦੇ ਚਿਹਰੇ ਦੇ ਵੱਲੇ ਦੇਖਣਾ ਕਿ ਕਿਉਂਕਿ ਜਲ ਜਿਹੜਾ ਸੀ ਬਹੁਤ ਦੂਰੋਂ ਭਰ ਕੇ ਲਿਆਂਦਾ ਜਾਣਾ,
ਬੜੀ ਮਿਹਨਤ ਨਾਲ ਚੁੱਕ ਕੇ ਲੈ ਕੇ ਆਉਣਾ ਤੇ ਉਹਦੇ ਵਿੱਚੋਂ ਥੋੜਾ ਵਰਤ ਕੇ ਤੇ ਬਾਕੀ ਡੋਲ ਦੋ, ਤੇ ਆਮ ਸੰਸਾਰੀ ਬੰਦਾ ਕਹੇਗਾ ਕਿ ਇਹ ਕੀ ਹੁੰਦਾ ਪਿਆ ਹੈ। ਸਤਿਗੁਰ ਮਹਾਰਾਜ ਪਾਤਸ਼ਾਹ ਜੀ ਨੇ ਬਿਲਕੁਲ ਇਸੇ ਤਰ੍ਹਾਂ 3 ਮਹੀਨੇ ਲਗਾਤਾਰ ਸਤਿਗੁਰ ਮਹਾਰਾਜ ਭਾਈ ਕਨ੍ਹਈਆ ਜੀ ਦੀ ਕਸਵੱਟੀ ਦੇ ਉੱਤੇ ਲਾਉਂਦੇ ਰਹੇ। 3 ਮਹੀਨੇ ਇਸੇ ਤਰ੍ਹਾਂ ਹੀ ਚੱਲਿਆ। ਭਾਈ ਕਨ੍ਹਈਆ ਸਾਹਿਬ ਜੀ ਨੇ ਜਲ ਲੈ ਕੇ ਆਉਣਾ ਤੇ ਸਤਿਗੁਰ ਮਹਾਰਾਜ ਨੇ ਥੋੜਾ ਵਰਤ ਲੈਣਾ ਤੇ ਬਾਕੀ ਦਾ ਜਲ ਡੋਲ ਦੇਣਾ। 3 ਮਹੀਨਿਆਂ ਬਾਅਦ ਸਤਿਗੁਰ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਜਦੋਂ ਜਲ ਲੈ ਕਰਕੇ ਭਾਈ ਕਨ੍ਹਈਆ ਜੀ ਸਤਿਗੁਰ ਮਹਾਰਾਜ ਜੀ ਦੇ ਸਨਮੁਖ ਆਏ, ਮਹਾਰਾਜ ਨੇ ਉਹ ਘੜਾ ਪਾਣੀ ਦਾ ਜਿਹੜਾ ਸੀ ਆਪਣੇ ਕੋਲ ਰੱਖ ਕੇ ਭਾਈ ਕਨ੍ਹਈਆ ਨੂੰ ਸਾਹਮਣੇ ਬਿਠਾ ਲਿਆ ਤੇ ਸੀਸ ਦੇ ਉੱਪਰ ਸਤਿਗੁਰ ਮਹਾਰਾਜ ਜੀ ਨੇ ਹੱਥ ਰੱਖਣਾ ਕੀਤਾ। ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਬਖਸ਼ਿਸ਼ ਹੋਈ। ਮਹਾਰਾਜ ਨੇ ਕਿਹਾ, ਕਹਿਣ ਲੱਗੇ ਕਿ ਕਨ੍ਹਈਆ ਤੂੰ ਸੱਚਮੁੱਚ ਉਸ ਪਰਮਾਤਮਾ ਦੀ ਹੋਂਦ ਨੂੰ ਸਮਝ ਗਿਆ, ਤੈਨੂੰ ਹੁਣ ਹਰ ਥਾਂ ਤੇ ਪਰਮਾਤਮਾ ਦਿਸਦਾ ਪਿਆ ਹੈ। ਜੋ ਪਰਮਾਤਮਾ ਦੀ ਕਿਰਪਾ ਤੈਨੂੰ ਪ੍ਰਾਪਤ ਹੋ ਗਈ ਹੈ, ਸਤਿਗੁਰ ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਇਸ ਕਿਰਪਾ ਨੂੰ ਅੱਗੇ ਜਾ ਕੇ ਵੰਡਣਾ ਕਰੋ। ਭਾਈ ਕਨ੍ਹਈਆ ਜੀ ਹੱਥ ਜੋੜ ਕੇ ਆਖਦੇ ਨੇ, ਸੱਚੇ ਪਾਤਸ਼ਾਹ ਮੈਂ ਤੇ ਤੁਹਾਡੇ ਚਰਨਾਂ ਦੇ ਵਿੱਚ ਰਹਿਣ ਵਾਸਤੇ ਆਇਆ, ਤੁਹਾਡੇ ਚਰਨਾਂ ਦੇ ਵਿੱਚੋਂ ਮੈਨੂੰ ਇਹ ਬਖਸ਼ਿਸ਼ ਮਿਲੀ ਹੈ। ਸੱਚੇ ਪਾਤਸ਼ਾਹ ਮਹਾਰਾਜ ਮੈਨੂੰ ਚਰਨਾਂ ਵਿੱਚ ਰੱਖੋ। ਗੁਰੂ ਤੇਗ ਬਹਾਦਰ ਮਹਾਰਾਜ ਪਾਤਸ਼ਾਹ ਜੀ ਦੇ ਹੁਕਮ ਦੇ ਨਾਲ ਫਿਰ ਭਾਈ ਕਨ੍ਹਈਆ ਸਾਹਿਬ ਜੀ ਜਿਹੜੇ ਸਨ ਉਹ ਅਟਕ ਵਾਲੇ ਪਾਸੇ ਗਏ ਨੇ। ਅਟਕ ਦੇ ਇਲਾਕੇ ਵਿੱਚ ਜਾ ਕਰਕੇ ਬਿਲਕੁਲ ਉਹਨਾਂ ਨੇ ਬਹੁਤ ਸੇਵਾ ਉੱਥੇ ਵੀ ਕੀਤੀ। ਸਤਿਗੁਰ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਸ਼ਹਾਦਤ ਦੇ ਸਮੇਂ ਤੋਂ ਬਾਅਦ ਵਿੱਚ ਭਾਈ ਕਨ੍ਹਈਆ ਜੀ ਫਿਰ ਸਤਿਗੁਰ ਮਹਾਰਾਜ ਗੁਰੂ ਗੋਬਿੰਦ ਸਿੰਘ ਜੀ ਦੀ ਸ਼ਰਨ ਦੇ ਵਿੱਚ ਰਹੇ। ਤੇ ਅਸੀਂ ਇਤਿਹਾਸ ਪੜ੍ਹਦੇ ਹਾਂ ਕਿ ਜਿਸ ਵੇਲੇ ਭਾਈ ਕਨ੍ਹਈਆ ਜੀ ਨੇ ਜੰਗ ਦੇ ਮੈਦਾਨ ਦੇ ਵਿੱਚ, ਜਦੋਂ ਜੰਗ ਹੋਣੀ, ਆਨੰਦਪੁਰ ਸਾਹਿਬ ਦੇ ਅੰਦਰ ਜੰਗਾਂ ਹੋਈਆਂ, ਤੇ ਭਾਈ ਕਨ੍ਹਈਆ ਜੀ ਮਸ਼ਕ ਲੈ ਕਰਕੇ ਸਿੱਖਾਂ ਨੂੰ ਜਲ ਪਿਆਉਂਦੇ ਪਏ ਨੇ। ਪਰ ਜਲ ਦੀ ਸੇਵਾ ਕਰਦਿਆਂ ਜਦੋਂ ਉੱਥੇ ਜਿਹੜੇ ਵਿਰੋਧ ਦੇ ਵਿੱਚ ਲੜਦੇ ਸੀ, ਮੁਗਲ ਹਾਕਮ ਲੜਦੇ ਸੀ, ਉਹਨਾਂ ਨੇ ਵੀ ਜੇ ਹੱਥ ਅੱਗੇ ਕੀਤਾ ਤੇ ਭਾਈ ਕਨ੍ਹਈਆ ਜੀ ਨੇ ਉਹਨਾਂ ਨੂੰ ਵੀ ਜਲ ਛਕਾਇਆ। ਭਾਈ ਕਨ੍ਹਈਆ ਸਾਹਿਬ ਜੀ ਦੀ ਸ਼ਿਕਾਇਤ ਸਤਿਗੁਰ ਮਹਾਰਾਜ ਜੀ ਦੇ ਚਰਨਾਂ ਵਿੱਚ ਸਿੱਖਾਂ ਨੇ ਕਰ ਦਿੱਤੀ। ਕਹਿਣ ਲੱਗੇ, ਮਹਾਰਾਜ ਅਸੀਂ ਤੇ ਲੜਦੇ ਹਾਂ, ਅਸੀਂ ਤੇ ਜੰਗ ਕਰਦੇ ਹਾਂ, ਅਸੀਂ ਆਪ ਮਰਦੇ ਹਾਂ, ਆਪ ਜ਼ਖਮੀ ਹੁੰਦੇ, ਜਾਂ ਦੂਸਰੇ ਨੂੰ ਮਾਰਦੇ ਹਾਂ, ਦੂਸਰੇ ਨੂੰ ਜ਼ਖਮੀ ਕਰਦੇ ਹਾਂ। ਪਰ ਸੱਚੇ ਪਾਤਸ਼ਾਹ ਮਹਾਰਾਜ ਜੰਗ ਦੇ ਵਿੱਚ ਸਾਨੂੰ ਇਸ ਗੱਲ ਦਾ ਕੋਈ ਗਮ ਨਹੀਂ ਕਿ ਸਾਡੇ ਸਰੀਰ ਦੇ ਉੱਪਰ ਫੱਟ ਲੱਗਣ ਜਾਂ ਅਸੀਂ ਦੂਸਰੇ ਨੂੰ ਜਿਹੜਾ ਹੈ ਉਹਨੂੰ ਮਾਰ ਮੁਕਾਈਏ। ਪਰ ਸੱਚੇ ਪਾਤਸ਼ਾਹ ਮਹਾਰਾਜ ਇੱਕ ਮਨ ਦੇ ਵਿੱਚ ਗਿਲਾ ਹੈ ਕਿ ਭਾਈ ਕਨ੍ਹਈਆ ਜੀ ਜਿਹੜੇ ਨੇ ਉਹ ਸਾਨੂੰ ਤੇ ਜਦੋਂ ਜਲ ਛਕਾਉਂਦੇ ਨੇ, ਨਾਲ ਦੁਸ਼ਮਣਾਂ ਨੂੰ ਵੀ ਜਲ ਪਿਲਾਉਣਾ ਸ਼ੁਰੂ ਕਰ ਦਿੰਦੇ ਆ। ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਮਹਾਰਾਜ ਨੇ ਬੁਲਾ ਕੇ ਪੁੱਛਿਆ, ਭਾਈ ਕਨ੍ਹਈਆ ਸਾਹਿਬ ਜੀ ਕੀ ਆਪ ਜੀ ਇਸੇ ਹੀ ਤਰ੍ਹਾਂ ਕਰਦੇ ਹੋ? ਤੁਸੀਂ ਦੁਸ਼ਮਣਾਂ ਨੂੰ ਵੀ ਜਲ ਛਕਾਉਂਦੇ ਹੋ? ਭਾਈ ਕਨ੍ਹਈਆ ਜੀ ਹੱਥ ਜੋੜ ਕੇ ਆਖਦੇ, ਸੱਚੇ ਪਾਤਸ਼ਾਹ ਮਹਾਰਾਜ ਮੈਨੂੰ ਤੇ ਕੋਈ ਦੁਸ਼ਮਣ ਦਿਸਦਾ ਹੀ ਨਹੀਂ। ਮੈਂ ਜਿਸ ਪਾਸੇ ਵੀ ਦੇਖਦਾ ਹੈ, ਜੇ ਸਿੱਖ ਪਾਣੀ ਪੀਂਦੇ ਨੇ ਤੇ ਮੈਨੂੰ ਇਵੇਂ ਮਹਿਸੂਸ ਹੁੰਦਾ ਹੈ ਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਜਲ ਛਕਦੇ ਪਏ ਹੋਵਣ। ਜੇ ਮਹਾਰਾਜ ਪਾਤਸ਼ਾਹ ਜੀ ਜੰਗ ਕਰਦਿਆਂ ਜਿਹੜੇ ਵਿਰੋਧੀ ਨੇ ਉਹ ਜੰਗ ਦੇ ਮੈਦਾਨ ਦੇ ਵਿੱਚ ਪਏ ਹੋਏ ਜਲ ਵਾਸਤੇ ਹੱਥ ਅੱਗੇ ਕਰਦੇ ਨੇ, ਮੈਨੂੰ ਉਹਨਾਂ ਦੇ ਵਿੱਚੋਂ ਵੀ ਆਪ ਜੀ ਦਾ ਚਿਹਰਾ ਦਿਖਾਈ ਦਿੰਦਾ ਹੈ। ਸੱਚੇ ਪਾਤਸ਼ਾਹ ਮਹਾਰਾਜ ਮੈਂ ਤੇ ਨਾ ਦੁਸ਼ਮਣ ਨੂੰ ਜਲ ਛਕਾਉਣਾ, ਨਾ ਮੈਂ ਮਿੱਤਰ ਨੂੰ ਜਲ ਛਕਾਉਣਾ, ਮੈਂ ਤੇ ਕੇਵਲ ਆਪ ਜੀ ਨੂੰ ਜਲ ਛਕਾਉਣਾ ਕਿ ਮੇਰੇ ਗੁਰੂ ਗੋਬਿੰਦ ਸਿੰਘ ਮਹਾਰਾਜ ਪਾਤਸ਼ਾਹ ਜਲ ਛਕਦੇ ਪਏ ਨੇ, ਉਹਨਾਂ ਨੇ ਹੱਥ ਕੀਤਾ ਤੇ ਮੈਂ ਕਿਵੇਂ ਆਪਣਾ ਹੱਥ ਪਿੱਛੇ ਕਰ ਲਵਾਂ ਕਿ ਮੈਂ ਗੁਰੂ ਗੋਬਿੰਦ ਸਿੰਘ ਜੀ ਨੂੰ ਜਲ ਨਹੀਂ ਛਕਾਵਾਂਗਾ। ਸਤਿਗੁਰ ਮਹਾਰਾਜ ਪਾਤਸ਼ਾਹ ਜੀ ਮੈਂ ਜਲ ਆਪ ਜੀ ਨੂੰ ਛਕਾਉਂਦਾ ਪਿਆ ਹੁੰਨਾ ਹੈ। ਸੱਚੇ ਪਾਤਸ਼ਾਹ ਮਹਾਰਾਜ ਖੁਸ਼ ਹੋਏ। ਮਹਾਰਾਜ ਕਹਿੰਦੇ ਨੇ, ਕਨ੍ਹਈਆ ਜੀ ਅਸਲ ਦੇ ਵਿੱਚ ਤੁਸੀਂ ਦੁਸ਼ਮਣਾਂ ਨੂੰ ਨਹੀਂ ਮਾਰਦੇ, ਤੁਸੀਂ ਦੁਸ਼ਮਣੀ ਨੂੰ ਮਾਰਦੇ ਪਏ ਹੋ। ਹਕੀਕਤ ਇਹ ਆ ਕਿ ਜਿਸ ਦਿਨ ਦੁਸ਼ਮਣੀ ਅੰਦਰੋਂ ਮਰ ਜਾਏਗੀ ਤੇ ਦੁਸ਼ਮਣ ਆਪਣੇ ਆਪ ਖਤਮ ਹੋ ਜਾਏਗਾ। ਇੱਕ ਤਾਂ ਬਿਰਤੀ ਹੀ ਹੈ ਨਾ ਕਿ ਅੰਦਰ ਦੀ ਬਿਰਤੀ ਕਹਿੰਦੀ ਹੈ ਕਿ ਫਲਾਨਾ ਮੇਰਾ ਵਿਰੋਧੀ ਹੈ ਤੇ ਲੜਨ ਵਾਸਤੇ ਬੰਦਾ ਤਿਆਰ ਹੋ ਜਾਂਦਾ ਹੈ ਤੇ ਉਹਦੇ ਨਾਲ ਜਾ ਕੇ ਲੜਾਈ ਕਰਨੀ ਸ਼ੁਰੂ ਕਰ ਦਿੰਦਾ ਹੈ। ਪਰ ਦੂਸਰੇ ਪਾਸੇ ਜੇਕਰ ਉਹੀ ਬਿਰਤੀ ਕੱਲ੍ਹ ਤੱਕ ਜਿਹੜਾ ਮਿੱਤਰ ਸੀ, ਜੇ ਉਹਦੀ ਵਿਰੋਧਤਾ ਹੋ ਗਈ, ਉਹਦੇ ਨਾਲ ਬੰਦਾ ਲੜਨ ਵਾਸਤੇ ਤਿਆਰ ਹੋ ਗਿਆ, ਤੇ ਕਈ ਵਾਰੀ ਇਸ ਤਰ੍ਹਾਂ ਵੀ ਪ੍ਰਮਾਤਮਾ ਦੀ ਕਿਰਪਾ ਵਰਤ ਜਾਂਦੀ ਹੈ ਕਿ ਜਿਨ੍ਹਾਂ ਨਾਲ ਕੱਲ੍ਹ ਤੱਕ ਦੁਸ਼ਮਣੀ ਸੀ ਉਹ ਇੰਨੇ ਪਿਆਰੇ ਮਿੱਤਰ ਬਣ ਜਾਂਦੇ ਨੇ ਕਿ ਦੁਸ਼ਮਣੀ ਦੀ ਭਾਵਨਾ ਹੀ ਅੰਦਰੋਂ ਖਤਮ ਹੋ ਚੁੱਕੀ ਹੁੰਦੀ ਹੈ।
ਭਾਈ ਕਨ੍ਹਈਆ ਸਾਹਿਬ ਜੀ ਆਖਦੇ ਨੇ, ਸਤਿਗੁਰ ਸੱਚੇ ਪਾਤਸ਼ਾਹ ਮਹਾਰਾਜ, ਮੈਂ ਕਿਸੇ ਦੁਸ਼ਮਣ ਨੂੰ ਜਲ ਨਹੀਂ ਛਕਾਉਂਦਾ। ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਕਿਰਪਾ ਕੀਤੀ। ਉਸ ਵੇਲੇ ਫਿਰ ਇੱਕ ਮਲਮ ਦੀ ਡੱਬੀ, ਇੱਕ ਪੱਟੀ ਦੇਣਾ ਕੀਤੀ। ਕਹਿਣ ਲੱਗੇ, ਕਨ੍ਹਈਆ ਜੀ, ਜਿੱਥੇ ਇਹ ਸੇਵਾ ਕਮਾਉਂਦੇ ਹੋ ਉੱਥੇ ਫਿਰ ਜ਼ਖਮੀ ਹੋਏ ਸਰੀਰਾਂ ਦੇ ਉੱਪਰ ਮਲਮ ਵੀ ਲਾਉਣਾ ਕਰਿਓ। ਤੁਹਾਡੀ ਲਾਈ ਹੋਈ ਮਲਮ ਜਿਹੜੀ ਹੈ ਉਹ ਦੁਸ਼ਮਣੀ ਦੇ ਜ਼ਖਮਾਂ ਨੂੰ ਹਮੇਸ਼ਾ ਵਾਸਤੇ ਮੇਟ ਦੇਵੇਗੀ। ਤੁਹਾਡੀ ਇਹ ਮਲਮ, ਸਤਿਗੁਰੂ ਮਹਾਰਾਜ ਜੀ ਨੇ ਫਿਰ ਉਸ ਦਿਨ ਮਲਮ ਦੀ ਡੱਬੀ ਫੜਾਉਣਾ ਕੀਤੀ। ਅੱਜ ਸੰਸਾਰ ਦੇ ਵਿੱਚ ਰੈੱਡ ਕਰਾਸ ਦੀ ਗੱਲ ਕੀਤੀ ਜਾਂਦੀ ਹੈ। ਸਭ ਤੋਂ ਪਹਿਲਾਂ ਜੇਕਰ ਰੈੱਡ ਕਰਾਸ ਮਨੁੱਖਤਾ ਦੇ ਨਾਲ ਪ੍ਰੇਮ ਕਰਨ ਦੀ, ਮਨੁੱਖਤਾ ਦੀ ਸਹਾਇਤਾ ਕਰਨ ਦੀ ਜੇਕਰ ਕਿਸੇ ਨੇ ਗੱਲ ਕੀਤੀ ਹੈ ਤੇ ਉਹ ਭਾਈ ਕਨ੍ਹਈਆ ਸਾਹਿਬ ਜੀ ਨੇ, ਜਿਨ੍ਹਾਂ ਨੇ ਨਾ ਤਾਂ ਦੇਖਿਆ ਕਿ ਕੋਈ ਦੁਸ਼ਮਣ ਹੈ, ਨਾ ਦੇਖਿਆ ਕੋਈ ਮਿੱਤਰ ਹੈ। ਹਰ ਥਾਂ ਤੇ ਉਹਨਾਂ ਨੇ ਸੇਵਾ ਜਿਹੜੀ ਹੈ ਉਹ ਕਰਨਾ ਕੀਤੀ। ਅੱਜ ਵੀ ਅਸੀਂ ਉਹੀ ਅੰਸ਼ ਪਰਮਾਤਮਾ ਦੀ, ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਕਿਰਪਾ ਸਿੱਖਾਂ ਦੇ ਅੰਦਰ ਦੇਖਦੇ ਹਾਂ ਕਿ ਭਾਵੇਂ ਦੇਸ਼ ਹੋਵੇ, ਭਾਵੇਂ ਵਿਦੇਸ਼ ਹੋਵੇ, ਭਾਵੇਂ ਸੀਰੀਆ ਹੈ, ਭਾਵੇਂ ਇੰਡੋਨੇਸ਼ੀਆ ਹੈ, ਭਾਵੇਂ ਕੋਈ ਵੀ ਉੜੀਸਾ ਦੇ ਵਿੱਚ ਆਇਆ, ਕਈਆਂ ਥਾਵਾਂ 'ਤੇ ਭੂਚਾਲ ਆਏ, ਇੱਥੋਂ ਤੱਕ ਕਿ ਜੰਮੂ ਕਸ਼ਮੀਰ ਦੇ ਅੰਦਰ ਵੀ ਜਿਹੜੇ ਤੂਫਾਨ ਭੂਚਾਲ ਆਏ, ਹੜ੍ਹ ਆਏ, ਹਰ ਥਾਂ 'ਤੇ ਸਿੱਖਾਂ ਨੇ ਜਾ ਕਰਕੇ ਬਿਨਾਂ ਕਿਸੇ ਭੇਦ ਭਾਵ ਦੇ ਸਿੱਖਾਂ ਨੇ ਜਾ ਕਰਕੇ ਉਹਨਾਂ ਦੀ ਬਾਂਹ ਫੜਨਾ ਕੀਤੀ, ਉਹਨਾਂ ਦੀ ਸਹਾਇਤਾ ਕਰਨਾ ਕੀਤੀ। ਇਹ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ, ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਮਹਾਰਾਜ ਜੀ ਦਾ ਲਾਇਆ ਹੋਇਆ ਬੂਟਾ ਸੀ, ਜਿਹਦੇ ਵਿੱਚੋਂ ਭਾਈ ਕਨ੍ਹਈਆ ਸਾਹਿਬ ਜੀ ਵਰਗੇ ਮਨੁੱਖਤਾ ਨਾਲ ਪ੍ਰੇਮ ਕਰਨ ਵਾਲੇ ਉਪਜ ਕੇ ਸਾਹਮਣੇ ਆਏ। ਸਤਿਗੁਰੂ ਮਹਾਰਾਜ ਜੀ ਨੇ ਸਿੱਖਾਂ ਦੀ ਜੀਵਨ ਦੀ ਘਾੜ 'ਤੇ ਹੀ ਇਵੇਂ ਦੀ ਘੜ ਦਿੱਤੀ ਸੀ ਕਿ ਉਹਨਾਂ ਦਾ ਜੀਵਨ ਬਣ ਚੁੱਕਿਆ ਸੀ ਕਿ ਸਭ ਕੋ ਮੀਤ ਹਮ ਆਪਨ ਕੀਨਾ, ਹਮ ਸਭਨਾ ਕੀ ਸਾਜਨ। ਇਵੇਂ ਦਾ ਜੀਵਨ ਬਣ ਚੁੱਕਿਆ ਸੀ ਕਿ ਹੁਣ ਦੁਸ਼ਮਣ ਕੋਈ ਦਿਖਾਈ ਨਹੀਂ ਦਿੰਦਾ। ਸੋ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਧੰਨ ਗੁਰੂ ਤੇਗ ਬਹਾਦਰ ਜੀ ਦੇ ਚਰਨਾਂ ਦੇ ਵਿੱਚ ਜਿਹੜੇ ਸਨ ਭਾਈ ਕਨ੍ਹਈਆ ਸਾਹਿਬ ਜੀ, ਉਹ ਆਨੰਦਪੁਰ ਸਾਹਿਬ ਦੀ ਧਰਤੀ ਉੱਤੇ ਪਹੁੰਚੇ। ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਬਖਸ਼ਿਸ਼ ਉਹਨਾਂ ਨੇ ਮਾਣੀ ਤੇ ਸਤਿਗੁਰੂ ਮਹਾਰਾਜ ਪਾਤਸ਼ਾਹ ਜੀ ਉਹਨਾਂ ਨੂੰ ਜਿਹੜਾ ਸੀ ਅਟਕ ਵਾਲੇ ਪਾਸੇ ਭੇਜਿਆ। ਬਾਅਦ ਵਿੱਚ ਉਹ 1704 ਤੱਕ, ਜਿੰਨੀ ਦੇਰ ਤੱਕ ਸਤਿਗੁਰੂ ਮਹਾਰਾਜ ਗੁਰੂ ਗੋਬਿੰਦ ਸਿੰਘ ਜੀ ਆਨੰਦਪੁਰ ਸਾਹਿਬ ਰਹੇ, ਉਨੀ ਦੇਰ ਤੱਕ ਉੱਥੇ ਰਹਿ ਕੇ ਸੇਵਾ ਕੀਤੀ। ਤੇ ਇਸ ਤੋਂ ਬਾਅਦ ਵਿੱਚ 1704 ਤੋਂ ਬਾਅਦ ਵਿੱਚ ਉਹ ਨਗਰ ਕਵੇ ਵਾਲੇ ਪਾਸੇ ਚਲੇ ਗਏ। ਕਵੇ ਦੀ ਧਰਤੀ 'ਤੇ ਉਹਨਾਂ ਨੇ ਬਾਕੀ ਦਾ ਜੀਵਨ ਜਿਹੜਾ ਸੀ ਉਹ ਬਤੀਤ ਕਰਨਾ ਕੀਤਾ। ਐਸੇ ਬਹੁਤ ਸਾਰੇ ਜੰਤ ਨੇ, ਬਹੁਤ ਸਾਰੇ ਗੁਰਸਿੱਖ ਨੇ ਜਿਨ੍ਹਾਂ ਨੇ ਸਤਿਗੁਰੂ ਮਹਾਰਾਜ ਪਾਤਸ਼ਾਹ ਜੀ ਦੀ ਸ਼ਰਨ ਵਿੱਚ ਰਹਿ ਕਰਕੇ ਸਤਿਗੁਰੂ ਮਹਾਰਾਜ ਜੀ ਦੀ ਹੁਕਮ ਨੂੰ, ਉਹਨਾਂ ਦੀ ਆਬਾ ਨੂੰ ਮਾਨਣਾ ਕੀਤਾ ਹੈ। ਗੁਰੂ ਕਿਰਪਾ ਕਰੇ, ਬਖਸ਼ਿਸ਼ ਕਰੇ। ਐਸੇ ਗੁਰਮੁਖਾਂ ਦਾ ਜੀਵਨ ਆਪਾਂ ਅਗਲੇ ਦੀਵਾਨ ਦੇ ਵਿੱਚ ਵੀ ਜਿਹੜਾ ਹੈ ਉਹ ਸਰਵਣ ਕਰਾਂਗੇ। ਬੋਲਦਿਆਂ ਹੋਈਆਂ ਬੇਅੰਤ ਭੁੱਲਾਂ ਦੀ ਖਿਮਾ। ਅਰਦਾਸ ਸਤਿਗੁਰੂ ਮਹਾਰਾਜ ਜੀ ਦੇ ਚਰਨਾਂ ਵਿੱਚ ਕਰੀਏ, ਸੱਚੇ ਪਾਤਸ਼ਾਹ ਆਪ ਕਿਰਪਾ ਕਰੋ, ਆਪ ਰਹਿਮਤ ਕਰੋ, ਆਪ ਬਖਸ਼ਿਸ਼ ਕਰ ਸਕਦੇ ਹੋ ਤੇ ਮਹਾਰਾਜ ਆਪ ਜੀ ਦੇ ਹੱਥ ਵਿੱਚ ਹੀ ਇਹ ਤਾਕਤ ਹੈ, ਬਖਸ਼ਿਸ਼ ਹੈ। ਸੱਚੇ ਪਾਤਸ਼ਾਹ ਆਪ ਕਿਰਪਾ ਕਰਕੇ, ਰਹਿਮਤ ਕਰਕੇ ਸੰਸਾਰ ਦੇ ਉੱਤੇ ਠੰਡ ਵਰਤਾਉਣਾ ਕਰੋ। ਅਰਦਾਸ ਕਰੀਏ, ਸੱਚੇ ਪਾਤਸ਼ਾਹ ਜੀ ਜਗਤ ਜਲੰਦਾ ਰੱਖ ਲੈ, ਆਪਣੀ ਕਿਰਪਾ ਧਾਰ, ਜਿਤ ਦੁਆਰੇ ਉਭਰੇ ਤਿੱਤੇ ਲਿਹ ਉਭਾਰ। ਬੋਲਦਿਆਂ ਹੋਈਆਂ ਭੁੱਲਾਂ ਦੀ ਖਿਮਾ। ਫਤਿਹ ਪ੍ਰਵਾਨ ਕਰੋ ਜੀ, ਅਸੀਸ ਬਖਸ਼ੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੇਗ ਬਹਾਦਰ ਸਿਮਰਿਐ, ਕਰ ਨਾਉ ਨਿਤ ਆਵੈ ਤਾਏ। ਤੇਗ ਬਹਾਦਰ ਸਿਮਰਿਐ, ਕਰ ਨਾਉ ਨਿਤ ਆਵੈ